ਸੈਫੁੱਲਾ ਨਿਆਜ਼ੀ ਇੰਸਪੈਕਟਰ ਹੈਗਾ। ਸੈਫੁੱਲਾ ਨਿਆਜ਼ੀ ਇੰਸਪੈਕਟਰ ਹੈਗੇ ਨੇ। ਤੁਸੀਂ ਕਿਉਂ ਮਾਰਿਆ ਇਹਨੂੰ? ਤੰਗ ਆਏ ਬੇ ਦਿੱਲੀ ਮਾਂ ਭੈਣ ਕਿੰਨੀਆਂ ਕੋ ਗਾਲਾਂ ਕੱਢਦੇ ਤੁਹਾਨੂੰ ਇਹ ਦੱਸ ਨਹੀਂ ਸਕਦੇ। ਪਿਸਤੌਲ ਕਿੱਥੋਂ ਲੈ ਕੇ ਆਇਆ ਤੂੰ? ਇਹਨਾਂ ਦਾ ਉੱਤੋਂ ਲੈ ਕੇ ਆਇਆ। ਇਹਨਾਂ ਦਾ ਲੈ ਕੇ ਆਇਆ था। अच्छा, बड़े परेशान डेली ऐसा कोई। तेरा नाम की है? अदील। इंसान चाहे जितना भी गरीब हो लेकिन उसके बाद सिर्फ इज्जत होती है। जी जी जी। जब इंसान के पास इज्जत ना हो उसको जीने का कोई फ़ायदा नहीं है। तो इसलिए मैं एक फ़िक्रा आपको सुनाता हूँ कि मेरे सिर ते साया खालिक दा मेरा मुर्शिद कामिल पीर है। जी अस्सलाम वालेकुम नाज़रीन, सुबह टीवी टीम के साथ राना खालिद अब्दुल्ला हाजिर है। मैं इस वक्त लाहौर का इलाका बाबू साहब इंटरचेंज पे मौजूद हूँ। यहाँ पे एक उबाश SHO ऊपर रेंट पे रहता था और नीचे अदील नामी लड़का यहाँ पे काम करता था। उससे अपने कपड़े धुलवाना, लेटरीन वगैरह साफ करवानी और तरह तरह के काम फ्री ऑफ कास्ट मुलाजम रखा हुआ था। मगर हुआ क्या, कल दिन दिहाड़े गोलियों की बौछार से अदील ने SHO को कत्ल कर दिया। यहाँ पे अहले इलाका यानी शाहिदीन मौजूद हैं। आइए इनसे बात करने की कोशिश करेंगे। असल में ये वक़ूआ क्या है जानते हैं अहले इलाका यानी शाहिदीन से। अस्सलाम वालेकुम जी। वालेकुम सलाम। की हाल है बुजुर्गो? अल्लाह दी रहमत। अच्छा बुजुर्गो, ਤੁਹਾਡੇ ਕੋਲ ਇੱਥੇ SHO ਕਤਲ ਹੋ ਗਿਆ ਦਿਨ ਦਿਹਾੜੇ ਤੇ ਅਦੀਲ ਨਾਮੀ ਸ਼ਖਸ, ਇਹਨਾਂ ਦਾ ਕੀ ਆਪਸ ਵਿੱਚ ਮਾਜਰਾ ਸੀ? ਬਹੁਤ ਮਾੜਾ ਹੋਇਆ ਜਿਹੜਾ ਕਤਲ ਹੋਇਆ ਨਾ। ਇਹ ਇੱਕ ਕਤਲ ਪੂਰੀ ਕਹਿ ਨਾ ਦਾ ਕਤਲ ਹੈ ਤੇ ਬਹੁਤ ਜਾਸੀ ਹੋਈ ਹੈ। ਬਾਕੀ ਜਿਹੜਾ ਬੱਚਾ ਹੈ ਨਾ ਇਹ ਇੱਥੇ ਮਜ਼ਦੂਰੀ ਕਰਦਾ ਸੀ, ਵੱਲ ਸਿੱਖਦਾ ਸੀ, ਟਰੈਕਟਰਾਂ ਦਾ ਨਾ ਵੱਲ ਸਿੱਖਦਾ ਸੀ। 500-700 ਰੁਪਈਆ ਦਿਹਾੜੀ ਲੈਣ ਵਾਲਾ ਸੀ। ਸ਼ਾਗਿਰਦ ਬੇਸ ਤੇ ਕੰਮ ਕਰਦਾ ਸ਼ਾਗਿਰਦ ਬੇਸ ਤੇ ਕੰਮ ਕਰਦਾ ਸੀ। ਬਾਕੀ ਇਹਨੇ ਜਿਹੜਾ ਨਾ ਨਿਆਜ਼ੀ ਸਾਹਿਬ ਦਾ ਉਹਨੇ ਇਹੋ ਜਿਹਾ ਤਲਕ ਬਣਿਆ ਸੀ ਵੀ ਜਾ ਕੇ ਤੇ ਮੇਰਾ ਮੋਜ਼ਰ ਫੜ ਲਿਆ, ਮੇਰੀ ਡੈਰੀ ਫੜ ਲਿਆ, ਉਹ ਗੱਡੀ ਲੈ ਜਾ ਉਧਰ ਚਲਾ ਜਾ, ਇੱਧਰ ਚਲਾ ਜਾ, ਕਾਰਡ ਮੇਰਾ ਰੱਖ ਕੋਲ, ਮੋਜ਼ਰ ਵੀ ਕੋਲ ਰੱਖਿਆ ਕਰ ਤੇ ਤੂੰ ਜਿਹੜਾ ਨਾ ਆਪਣਾ ਤੈਨੂੰ ਕੋਈ ਨਹੀਂ ਪੁੱਛਦਾ। ਉਹ ਫਿਰ ਆਸਤਾ ਗਾਲ ਗਲੋਈ ਦਾ ਆਮ ਉਹਦਾ ਝਾਕਾ ਮੁਕੰਮਲ ਲੱਥ ਗਿਆ। ਉਹਦਾ ਝਾਕਾ ਬਿਲਕੁਲ ਫ੍ਰੀ ਸੀ ਉਹਦੇ ਨਾਲ। ਤੇ ਕਤਲ ਕਰਨ ਦੀ ਕੀ ਵਜ੍ਹਾ ਬਣੀ? ਕਤਲ ਉਹ ਗਾਲ ਮੰਦਾ ਕਰਦਾ ਸੀ, ਕਿਤੇ ਗੁੱਸਾ ਉਹਨੂੰ ਆਇਆ ਜਾਂ ਉਹਦੇ ਕਿਸੇ ਵੱਡੇ ਨੂੰ ਗਾਲ ਕੱਢੀ ਸੋ ਅਗਲੀ ਗੱਲ ਦਾ ਨਹੀਂ ਸਾਨੂੰ ਪਤਾ। ਇਹ ਸਾਨੂੰ ਪਤਾ ਹੈ ਵੀ ਨਿਆਈ ਸਾਹਿਬ ਦਾ ਰਵੱਈਆ ਇਸ ਮਾਰਕੀਟ ਦੇ ਵਿੱਚ ਕਿਸੇ ਨਾਲ ਅੱਛਾ ਨਹੀਂ ਸੀ ਹੈਗਾ। ਕਿਸੇ ਨਾਲ ਵੀ ਅੱਛਾ ਨਹੀਂ ਸੀ। ਮੈਂ ਕਹਿੰਦਾ ਕਿ ਸਵਾਹ ਉਹਦੇ ਤੋਂ ਗਾਲਾਂ ਉਹਨੂੰ ਵੀ ਕੱਢਦਾ ਸੀ, ਗਾਲਾਂ ਉਹਨੂੰ ਵੀ ਕੱਢਦਾ ਸੀ ਤੇ ਉਂਝ ਬਦਮਾਸ਼ ਉਹਨੇ ਬਣਾਇਆ। ਉਦੋਂ ਪਹਿਲਾਂ ਨਾ ਉਹਦਾ ਪਿਓ ਦਾ ਬਦਮਾਸ਼ ਹੈ ਨਾ ਦਾਦਾ ਬਦਮਾਸ਼ ਹੈ, ਬਲਕਿ ਮੇਰਾ ਹਾਲ ਹੈ ਕਿ ਕਿਸੇ ਨੇ ਥਾਣੇ ਦਾ ਬੂਹਾ ਨਹੀਂ ਵੇਖਿਆ ਤੇ ਮਜ਼ਦੂਰ ਬੰਦੇ ਨੇ। ਤੇ ਮੈਨੂੰ ਇਹ ਦੱਸੋ ਕਿ SHO ਦਾ ਹੀ ਪਿਸਟਲ ਫੜ ਕੇ ਅਦੀਲ ਨੇ SHO ਨੂੰ ਕਤਲ ਕਰ ਦਿੱਤਾ। ਉਹ ਪਿਸਟਲ SHO ਦਾ ਹੀ ਸੀ? ਬਿਲਕੁਲ ਉਹਦੇ ਕੋਲ ਪਿਸਤਲ, ਉਹ ਹਰ ਵੇਲੇ ਆਪ ਉਹ ਆਂਦਾ ਵੀ ਜਾ ਗੱਡੀ 'ਚੋਂ ਲੈ ਆ ਕੱਢ ਕੇ। ਠੀਕ ਹੈ। ਹਾਂ, ਡੈਰੀ ਮੇਰੀ ਫਾਲਿਆ, ਪਿਸਟਲ ਲੈ ਆ, ਅੱਜ ਆ ਪਿਸਟਲ ਗੱਡੀ 'ਚ ਰੱਖਿਆ, ਡੈਰੀ ਰੱਖਿਆ, ਕੋਈ ਹੋਰ ਚੀਜ਼ ਦੇ ਜਾ ਲਾਇਆ। ਉਹਦੇ ਨਾਲ ਜਿਹੜਾ ਨਾ ਉਹਦਾ ਰਵੱਈਆ ਜਿਹੜਾ ਨਾ ਬਿਲਕੁਲ ਸਹੀ ਸੀ। ਜਿਹੜਾ ਵੈਸੇ ਸਰਕਾਰੀ ਕਾਗਜ਼ਾਤ ਤੇ ਸਰਕਾਰੀ ਪਿਸਟਲ ਪ੍ਰਾਈਵੇਟ ਸ਼ਖਸ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਹੈਗੀ। ਉਹਨੂੰ ਜਿਸ ਬੰਦੇ ਨੂੰ ਆਪਣੀ ਇੱਜ਼ਤ ਦਾ ਤੇ ਆਪਣੀ ਵਰਦੀ ਦੀ ਇੱਜ਼ਤ ਦਾ ਅਹਿਸਾਸ ਹੋਵੇ ਨਾ, ਉਹ ਨਹੀਂ ਕਿਸੇ ਨੂੰ ਫੜਾਉਂਦਾ। इंसान चाहे जितना भी गरीब हो लेकिन उसके बाद सिर्फ इज्जत होती है। जी जी जी। जब इंसान के पास इज्जत ना हो उसको जीने का कोई फ़ायदा नहीं है। तो इसलिए मैं एक फ़िक्रा आपको सुनाता हूँ कि मेरे सिर ते साया खालिक दा मेरा मुर्शिद कामिल पीर है। ठीक है। ਠੀਕ ਹੈ। ਜਿਹੜਾ ਹੋਵੇ ਕਿ ਮੈਂ ਭਲਵਾਨ ਆ ਤੇ ਉਹ ਆਪਣੀ ਵਰਦੀ ਦਾ ਵੀ ਨਹੀਂ ਅਹਿਸਾਸ ਕਰਦਾ ਤੇ ਨਾ ਆਪਣੀ ਨੌਕਰੀ ਦਾ, ਨਾ ਆਪਣੀ ਉਮਰ ਦਾ। ਸਮਝੇ ਗੱਲ? ਤੇ ਇਸ ਵਾਸਤੇ ਉਹਨੇ ਜਿਹੜਾ ਨਾ ਉਹਨੂੰ ਆਖਿਆ ਵੀ ਜਾਣ, ਅਗਰ ਉਹ ਨਾ ਉਹਨੂੰ ਵੱਲ ਸਹਾਇਆ ਹੁੰਦਾ, ਨਾ ਉਹਦਾ ਮੋਜ਼ਰ ਉਹਦੇ ਕੋਲ ਹੁੰਦਾ, ਨਾ ਉਹਦੇ ਕੋਲ ਜਿਹੜਾ ਨਾ ਹਰ ਵੇਲੇ ਫ੍ਰੀ ਰਹਿੰਦਾ ਤੇ ਉਹਨੂੰ ਕਿਹੜੀ ਲੋੜ ਸੀ ਉਹਦਾ ਵੇਖ ਕੇ ਉਹਦੇ ਕੋਲ ਉਹਨੇ ਜਾਣਾ ਵੀ ਨਹੀਂ ਸੀ ਹੈਗਾ। ਮੋਜ਼ਰ ਫੜ ਕੇ ਲੈ ਆਣਾ, ਕਾਗਜ਼ਾਤ ਫੜ ਕੇ ਲੈ ਆਣੇ, ਜੁੱਤੀ ਵਗੈਰਾ ਪਾਲਿਸ਼ ਕਰਵਾ ਲਿਆਣੀ। ਆਖਰਕਾਰ ਨਿਆਜ਼ੀ ਸਾਹਿਬ ਨੂੰ ਵੀ ਤੇ ਕੋਈ ਕਾਨ ਹੋਏਗੀ ਨਾ, ਇਹ ਬੰਦਾ ਕੰਮ ਆਂਦਾ ਏ। ਕੰਮ ਇਹ ਹੀ ਹੈ ਵੀ ਜਿਹੜਾ ਨਾ ਟੌਰ ਟੱਪਾ ਦਾ ਵੇਖੋ ਜੀ, ਉਹਨੂੰ ਥਾਣੇ 'ਚ ਰੱਖਣਾ ਚਾਹੀਦਾ, ਇੱਥੇ ਮਾਰਕੀਟ 'ਚ ਨਹੀਂ ਰੱਖਣਾ ਚਾਹੀਦਾ। अल्लाह ਤੁਹਾਡਾ ਭਲਾ करे। बहुत बड़ी बात की है इन्होंने कि अपनी पर्सनैलिटी और पंजाबी का लफ्ज़ ने इस्तेमाल किया कि टॉर टप्पा, अपनी पर्सनैलिटी या अपना अहदा थाने के अंदर होना चाहिए, थाने के बाहर नहीं। हालांकि ये जो कौम है, ये इनकी हिफाजत करना, पाकिस्तान की कौम की हिफाजत करना, यही वर्दी वालों के ऊपर फ़र्ज़ है। हाँ जी बिल्कुल बिल्कुल। तो वर्दी वाले ही इनको गालियाँ निकालेंगे, फिर होगा क्या? फिर यही होता है जो होता है, जो हो गया है यही है। चलो थाने ਦੇ ਵਿੱਚ ਵੇਖੋ ਬੇਟਾ ਜੀ, ਜਿੱਥੇ ਉਹਦੀ ਡਿਊਟੀ ਨਾ ਜਿਹੜੇ ਥਾਣੇ ਦੇ ਵਿੱਚ, ਉਥੇ ਕਿਸੇ ਨੂੰ ਲਿੱਤਰ ਵੀ ਮਾਰ ਲੈਂਦਾ ਤੇ ਕੋਈ ਚੁੱਪ ਕਰ ਲੈਂਦਾ, ਗਾਲ ਕੱਢ ਲੈਂਦਾ, ਚੁੱਪ ਕਰ ਲੈਂਦਾ। ਇਹ ਤਾਂ ਹਰ ਆਮ ਚੱਲਦਾ ਹੈ ਨਾ ਸਾਡੇ ਮੁਲਕ ਦੇ ਵਿੱਚ। ਬਾਕੀ ਇੱਥੇ ਤਾਂ ਉਹਨੂੰ ਚਾਹੀਦਾ ਹੈ ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਰਹੀਦਾ ਹੈ ਨਾ, ਇਸ ਤਰ੍ਹਾਂ ਰਹਿਣਾ ਚਾਹੀਦਾ। अच्छा मुझे ये बताइएगा, उस दिन भी सैफुल्ला नियाजी ने पिस्टल गाड़ी से निकालने को कहा या अंदर ही पड़ा था? वजह क्या बनी कत्ल करने की? कैसे हो गया ये सब? ਗੱਡੀ ਦੇ ਵਿੱਚੋਂ ਮੋਜ਼ਰ ਫੜ ਕੇ ਆਪਣਾ ਪਿਸਟਲ ਜਿਹੜਾ ਨਾ ਤੇ ਕਾਗਜ਼ ਫੜ ਕੇ ਪਿੱਛੇ ਉਹ ਲਗਾ ਜਾਂਦਾ, ਅੱਗੇ ਨਿਆਜ਼ੀ ਲਗਾ ਜਾਂਦਾ।
ਪੌੜੀ ਨਿਆਜ਼ੀ ਸਾਹਿਬ ਵੀ ਚੜ੍ਹ ਦੇਣੇ ਪਏ ਠੀਕ ਹੈ ਤੇ ਪਿੱਛੇ ਉਹ ਵੇ ਤੇ ਮੋਜ਼ਰ ਉਹਨੇ ਆਪਣਾ ਆਖਿਆ ਵੀ ਫੜ ਕੇ ਲਿਆ, ਉਹਨੂੰ ਇਹ ਥੋੜਾ ਪਤਾ ਸੀ ਕਿ ਮੈਨੂੰ ਇਹਨੇ ਮਾਰ ਦੇਣਾ। ठीक है। ਉਹਦਾ ਜ਼ਿਹਨ ਬਦਲਿਆ ਸੀ, ਉਹਨੇ ਮਗਰੋਂ ਜਿਹੜਾ ਨਾ ਮਾਰ ਦਿੱਤਾ। SHO सैफुल्लाह नियाजी ने इतना झाका उतारा था कि वो जो अदील नामी शख्स इस दुकान पे काम करता था और वो भी कारीगर नहीं था, वो अपने घर वालों की सपोर्ट बनने के लिए शागिर्दी सीख रहा था। कारों के मैकेनिक या ट्रैक्टरों के मैकेनिक ये सालों साल काम करते हैं, फिर जाके उस्ताद उनको कुछ हुनर देते हैं। उसने समझा होगा, मेरा ख्याल है उसने समझा होगा कि ये SHO साहब है, मेरे कहीं काम आएंगे, मगर SHO साहब ने समझा ये तो मेरा मुलाजम है, पूरी कौम मेरी मुलाजम है और इस कौम के साथ जैसा थाने के अंदर रवैया की इस्तेमाल किया जाता है, फिर थाने के बाद फिर ये मार्केट। हालांकि ये आप देख सकते हैं कि ऊपर मैं आपको तमाम सूरत हाल दिखाऊंगा, मंजर दिखाऊंगा। यहाँ पे वो रेंट पे रहते थे SHO साहब। तो मुझे ये बताइएगा कि ये कत्ल करने के बाद फिर क्या हुआ? ਫਿਰ ਇੱਥੇ ਆਪਣਾ ਅਸੀਂ ਉਧਰੋਂ ਮਾਰਕੀਟ ਵੱਲੋਂ ਆਏ ਆ ਵੀ ਇੱਥੇ ਆਵਾਜ਼ ਆਉਂਦੀ ਹੈ ਵੀ, ਤੇ ਜਿਸ ਵੇਲੇ ਆਵਾਜ਼ ਆਈ ਹੈ ਤੇ ਮੈਂ ਉਹਨਾਂ ਨੂੰ ਕਿਹਾ, ਬੱਚੇ ਆਪਣੇ ਨੂੰ, ਮੈਂ ਕਿਹਾ ਯਾਰ ਹੋ ਸਕਦਾ ਨਿਆਈ ਸਾਹਿਬ ਨਾ ਕਿਤੇ ਹਵਾਈ ਫਾਇਰਿੰਗ ਕਰਦੇ ਨੇ ਪਏ ਤੇ ਉਧਰ ਨਾ ਜਾਣਾ, ਗੋਲੀ ਜਿਹੜੀ ਵਾਪਸ ਆ ਕੇ ਵੀ ਨੁਕਸਾਨ ਕਰਦੀ। ਤੁਸੀਂ ਆਪ ਸੁਣਿਆ ਆਪਣੇ ਕੰਨਾਂ ਨਾਲ ਫਾਇਰਿੰਗ ਦੀ ਆਵਾਜ਼? ਫਾਇਰਿੰਗ ਨਾਲ ਮੇਰੀ ਮਾਰਕੀਟ ਵੇਖਿਆ ਵੀ ਹੈ ਤੁਸੀਂ ਕੀ ਚੀਜ਼? ਫਾਇਰਿੰਗ ਕਰਦਿਆਂ ਫਾਇਰਿੰਗ ਦੀ ਆਵਾਜ਼ ਸੁਣੀ ਹੈ ਤੇ ਤੁਹਾਨੂੰ ਇੰਨਾ ਆਈਡੀਆ ਹੋ ਗਿਆ ਕਿ SHO ਸੈਫੁੱਲਾ ਨਿਆਜ਼ੀ ਇਹ ਫਾਇਰਿੰਗ ਕਰ ਰਹਾ ਹੋਗਾ? ਸਾਡੇ ਜ਼ਿਹਨ 'ਚ ਇਹ ਸੀ ਵੀ ਉੱਤੇ ਫਾਇਰ ਹੋਰ ਉੱਤੇ ਤਾਂ ਬੰਦਾ ਜਾ ਨਹੀਂ ਸਕਦਾ ਕੋਈ, ਠੀਕ ਹੈ। ਤੇ ਹੋ ਸਕਦਾ ਕਿਤੇ ਆਪਣਾ ਫਾਇਰ ਕਰ ਦੇਣ ਪਏ। ਬੱਚਿਆਂ ਨੂੰ ਮੈਂ ਕਿਹਾ ਯਾਰ ਅੱਗੇ ਨਾ ਜਾਣਾ, ਇਹ ਗੋਲੀ ਵਾਪਸ ਵੀ ਆ ਕੇ ਨਾ ਨੁਕਸਾਨ ਦਿੰਦੀ ਹੈ। ਠੀਕ ਹੈ। ਠੀਕ ਹੈ। ਉਨੀ ਦੇਰ ਉਹਨਾਂ ਥੋੜੀ ਦੇਰ ਇੱਕ ਨਾ ਬੰਦ ਹੋਈ ਹੈ, ਫਿਰ ਬੰਦੇ ਨੇੜੇ ਆਏ ਨੇ, ਫਿਰ ਸਾਨੂੰ ਸ਼ੱਕ ਪਿਆ ਵੀ ਨਿਆਜ਼ੀ ਨੇ ਮੁੰਡੇ ਨੂੰ ਮਾਰ ਦਿੱਤਾ। यानी सानू ये उस वेले ज़हन च आया भी मुंडे आपके पास ये हवा या अफवाह पहुंची या आपने खुद आइडिया लगाया नियाजी साहब ने लड़के को कत्ल कर? ਇੱਥੇ ਅਸੀਂ ਹਿਸਾਬ ਲਾਇਆ ਵੀ ਨਿਆਜ਼ੀ ਮੁੰਡਾ ਤਾਂ ਸਾਡੇ ਜ਼ਿਹਨ 'ਚ ਨਹੀਂ ਸੀ ਵੀ ਉਹਨੂੰ ਕਤਲ ਕਰ ਸਕਦਾ ਹੈ। ਉਹ ਵੇਖੋ ਜੀ, ਉਹ ਇਹਦਾ ਇੱਕ ਜਿਹੜਾ ਨਾ ਸਮਝ ਤੋਂ ਗੱਲ ਬਾਹਰ ਹੋ ਗਈ। ਉਹ ਜਿਸ ਵੇਲੇ ਆਪਣਾ ਉਹ ਦੁਬਾਰਾ ਅਸੀਂ ਆਪਣਾ ਪਤਾ ਕੀਤਾ, ਉਹਨਾਂ ਕਿਹਾ ਨਹੀਂ ਨਿਆਜ਼ੀ ਸਾਹਿਬ ਨੇ ਮਾਰ ਦਿੱਤਾ ਨੇ। अच्छा मुझे ये बताइएगा, मैं आपकी तरफ आता हूँ। अच्छा मुझे ये बताइएगा कि कत्ल होने के बाद फिर आप यहाँ पे पहुंचे हैं, जो भी कत्ल हो गया, फिर वो लड़के ने अदील ने क्या किया, वो मंजर जरा बताइए। ਉਹ ਬੇਟਾ ਜੀ ਗੱਲ ਇਹ ਵੀ ਅਸੀਂ ਨੇੜੇ ਨਹੀਂ ਆਏ, ਸਾਰੀ ਇਹਦੇ ਪੁਲਿਸ ਆ ਗਈ ਸੀ ਤੇ ਕੋਈ ਝਾੜ ਪਾ ਦੇ ਨਾ ਤੇ ਉਹਦੇ ਤੋਂ ਬੰਦੇ ਨੂੰ ਬਚਣਾ ਚਾਹੀਦਾ। ਠੀਕ ਹੈ, ਅਸੀਂ ਉਮਰਸੀਦਾ ਬੰਦੇ ਆ। ठीक है, ਅਸੀਂ ਫਿਰ ताकि पुलिस वाला कोई हमें झिड़क ना दे हाँ जी, और फजूल में पकड़ कर ना ले जाए। ਆ ਪਕੜਨ ਤੋਂ ਲੈਦਾ ਵੀ ਕੋਈ ਆਖੇ ਓਏ ਤੂੰ ਇੱਥੇ ਕਿਉਂ ਖੜਾ ਹੈ, ਇਹ ਨਹੀਂ ਬੜੀ ਹੁੰਦੀ ਹੈ। ठीक है। ਸਮਝੇ ਗੱਲ? ਜੀ, ਜੀ। ਫਿਰ ਅਸੀਂ ਨਹੀਂ ਨੇੜੇ ਆਏ। वो ਉਹ ਉੱਤੇ ਹੀ ਉਹਨਾਂ ਨੇ ਫਿਰ ਆਪਣਾ ਉਹਨੂੰ ਕਵਰ ਕੀਤਾ। लड़का भाग गया था कत्ल ਨਹੀਂ करके? ਨਹੀਂ ਨਹੀਂ, ਉਹ ਕਿ ਉੱਤੇ ਹੀ ਖੜਾ ਰਿਹਾ, इधर ही खड़ा रहा है। ਉੱਤੇ ਹੀ ਖੜਾ ਰਿਹਾ, ਉੱਤੇ ਛੱਤ ਤੇ ਹੀ ਸੀ। तो 15 पे किसी ने कॉल की? ਕਾਲ ਹੋ ਸਕਦਾ ਕਿਸੇ ਕੀਤੀ ਹੋਏ, ਜਿਹੜੇ ਹੈਗੇ ਨਾ ਆਪਣਾ ਇਹ ਇੱਥੇ ਹੀ ਤਾਂ ਡਾਲਫਨ ਵਾਲੇ ਜਿਹੜੇ ਨੇ ਇੱਥੇ ਲੱਗੇ ਫਿਰਦੇ ਨੇ, ਇੱਥੇ ਨੇੜੇ ਹੀ, ठीक है। ਤੇ ਆਵਾਜ਼ ਆਉਂਦੀ ਉਸੇ ਵੇਲੇ ਉਹ ਇੱਥੇ ਆ ਗਏ ਨੇ। चंद ही कदम की दूरी पे थाना भी ਹਾਂਜੀ है। ਹਾਂ, ਥਾਂ ਨਹੀਂ ਉਹ ਤਾਂ ਬੜੀ ਦੂਰ ਹੈ ਤੇ ਇੱਥੇ ਖੜੇ ਹੁੰਦੇ ਨੇ। ठीक है ਥਾਣਾ ਦਾ ਜਿਹੜਾ ਨਾ ਇੱਥੋਂ ਹੈਗਾ ਕੋਈ ਆਪਣਾ ਮੇਰਾ ਹਾਲ 500-600 ਫੁੱਟ ਦੂਰ ਹੈ। जी, ये बुजुर्गों की यही मार्केट है, ये साथ इनकी मार्केट है, हर वक्त यहीं पे होते हैं। इन्होंने तमाम तर सूरत हाल देखी भी है, जांची भी है। जी अस्सलाम वालेकुम। वालेकुम अस्सलाम सर। क्या हाल है आपका? अल्लाह का शुक्र, ठीक ठाक। अच्छा, आपने क्या सूरत हाल देखी और क्या बताना चाह रहे हैं, जरा सर, मैं खुद- बताइएगा खुल के। मैं खुद मियाँ वाली का हूँ, लेकिन एक बात मैं ज़रूर करूँगा, चाहे आप भी न्याजी हैं? जी जी, मैं बिल्कुल। लेकिन इंसान चाहे जितना भी गरीब हो, लेकिन उसके पास सिर्फ इज़्ज़त होती है। जी जी जी। जब इंसान के पास इज़्ज़त ना हो, उसको जीने का कोई फ़ायदा नहीं है। तो इसलिए मैं एक फ़िक्रा आपको सुनाता हूँ कि मेरे सिर ते साया खालिक दा मेरा मुर्शिद कामिल पीरे, मैं रब दी ज़ात दा शाकिरां लिख छोड़े जो तकदीरे, ओ वेली टोरे आदिल दुनिया ते कहीं दी नहीं जागीरे, ओ दा ढेर एहसान बख्शे चावें दीवारी कफन दी लीरे।